हमें अफसोस इस बात का है कि जो लोग पीड़ित हैं, अगर वो जाकर किसी को चीज़ बता रहे हैं और ऑफिसर हमारे को झुठला रहा है, सेम चीज़ इन्होंने कोर्ट में भी की है। कोर्ट में भी यही बोलते हैं जो हमें पढ़ने को मिला है। पीछे इन्होंने कूड़ा गिरना शुरू किया है, ਇਹਦਾ ਕੋਈ ਵੀ ਲੀਚਰ ਟ੍ਰੀਟਮੈਂਟ ਵਾਸਤੇ ਇਹਨਾਂ ਨੇ ਕਿਤੇ ਕੁਝ ਨਹੀਂ ਬਣਾਇਆ, ਨਾ ਕੋਈ ਨਿਕਾਸੀ ਕੀਤੀ। ਆਪਣੇ ਮੂੰਹ ਤੋਂ ਉਹਨਾਂ ਨੇ ਦੱਸਿਆ ਕੋਈ ਕੂੜੇ ਨੂੰ ਅਲੱਗ-ਅਲੱਗ ਨਹੀਂ ਕੀਤਾ ਜਾ ਰਿਹਾ। ਸਾਰਾ ਦਾ ਸਾਰਾ ਕਚਰਾ ਜਿਹੜਾ ਹੈ ਉਹ ਡਾਇਰੈਕਟ ਇੱਥੇ ਲਿਆ ਕੇ ਸਿੱਟਿਆ ਜਾ ਰਿਹਾ ਹੈਗਾ। ਟਰਾਲੀਆਂ ਦੇ ਥੱਲੇ ਕੁਝ ਹੁੰਦਾ ਹੈ, ਉੱਪਰ ਕੁਝ ਹੁੰਦਾ ਹੈ। ਸਾਨੂੰ ਜਿਹੜੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਹੈ ਇਹਨਾਂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈਗਾ। ਪਹਿਲਾਂ ਤਾਂ ਸਾਨੂੰ ਪੋਲੀਟੀਕਲ ਲੀਡਰਾਂ ਤੇ ਹੀ ਨਹੀਂ ਸੀਗਾ, ਹੁਣ ਅਧਿਕਾਰੀਆਂ ਤੇ ਵੀ ਨਹੀਂ ਹੈਗਾ। ਵੀਰਾ ਤੁਸੀਂ ਵੇਖ ਸਕਦੇ ਹੋ 10 ਜੁਲਾਈ ਨੂੰ ਇੱਥੇ ਜੇ ਹੈ ਇਹ ਦੀਵਾਰ ਡਿੱਗੀ ਸੀ ਔਰ ਕਿਹਾ ਜਾ ਰਿਹਾ ਸੀ ਜਲਦ ਹੀ ਇਸ ਦੀਵਾਰ ਨੂੰ ਜੇ ਹੈ ਪੱਕਾ ਕੀਤਾ ਜਾਏਗਾ, ਲੇਕਿਨ ਤੁਸੀਂ ਦੇਖ ਸਕਦੇ ਹੋ 10 ਜੁਲਾਈ ਤੋਂ ਲੈ ਕੇ ਅੱਜ 22 ਜੁਲਾਈ ਹੋ ਗਈ ਹੈ ਤੇ ਇਹ ਦੀਵਾਰ ਵੱਡੀ ਪਾੜ ਜੇ ਹੈ ਇੱਥੇ ਤੁਸੀਂ ਵੇਖ ਸਕਦੇ ਹੋ ਵੱਡਾ ਪਾੜ ਜੇ ਹੈ ਇਹ ਟੁੱਟ ਚੁੱਕਿਆ ਹੈ ਦੀਵਾਰ ਦਾ ਤੇ ਇਹ ਇੰਜ ਲੱਗ ਰਿਹਾ ਹੈ ਕਿ ਅਸੀਂ ਇਸ ਵੇਲੇ ਕੂੜੇ ਦੇ ਪਹਾੜ ਦੇ ਉੱਤੇ ਹੀ ਨੇ, ਲੇਕਿਨ ਦੂਜੇ ਪਾਸੇ ਇੱਥੇ ਲੋਕ ਮੌਜੂਦ ਨੇ ਤੇ ਸਭ ਤੋਂ ਵੱਡੀ ਗੱਲ ਹੈ ਕਿ 50,000 ਤੋਂ ਵੱਧ ਲੋਕ ਜਿਹਨੇ ਪੰਜਾਬ ਹਰਿਆਣਾ ਹਾਈ ਕੋਰਟ ਜਾ ਚੁੱਕੇ ਨੇ। ਕਿਹਾ ਕਿ ਹਲਫਨਾਮਾ ਜਿਹੜਾ ਝੂਠਾ ਦਿੱਤਾ ਗਿਆ ਤੇ ਦਿਆਲ ਜੀ ਸਾਡੇ ਨਾਲ ਇੱਥੇ ਮੌਜੂਦ ਨੇ। ਲਗਾਤਾਰ ਇਸ ਡੰਪਿੰਗ ਗਰਾਊਂਡ ਜਾਂ ਕਹਿ ਲਈਏ ਡੱਡੂ ਮਾਜਰਾ ਦੇ ਲੋਕਾਂ ਨੂੰ ਨਿਆਂ ਦੇਣ ਲਈ ਲਗਾਤਾਰ ਤੁਸੀਂ ਕੰਮ ਕਰ ਰਹੇ ਹੋ। ਆਪਾਂ ਜਦ 10 ਜੁਲਾਈ ਨੂੰ ਆਏ ਸੀਗੇ ਇੱਥੇ ਥੋੜੀ ਜਿਹੀ ਦੀਵਾਰ ਟੁੱਟੀ ਸੀ, ਲੇਕਿਨ ਹੁਣ ਇੱਕ ਮੈਨੂੰ ਲੱਗਦਾ 1 ਮੀਟਰ ਲੰਬੀ 1.5 ਮੀਟਰ ਲੰਬੀ 100 ਫੁੱਟ ਏਰੀਆ ਜੇ ਹੈ ਅਫੈਕਟ ਹੋਇਆ। ਇਹ ਪੂਰਾ 100 ਫੁੱਟ ਏਰੀਆ ਮੈਡਮ ਜਦ ਤੁਸੀਂ ਪਹਿਲਾਂ ਆਏ ਸੀਗੇ ਨਾ ਉਸ ਟਾਈਮ ਇਹ ਦੀਵਾਰ ਦਾ ਕੁਝ ਹਿੱਸਾ ਗਿਰਿਆ ਸੀਗਾ। ਉਸ ਤੋਂ ਦੂਸਰੇ ਦਿਨ ਹੀ ਇਹ ਸਵੇਰੇ 10:02 ਤੇ ਪੂਰੀ ਦੀਵਾਰ ਗਿਰ ਗਈ। ਅਸੀਂ ਉਸ ਦਿਨ ਤੋਂ ਲੈ ਕੇ ਹਜੇ ਤੱਕ ਪ੍ਰਸ਼ਾਸਨ ਤੋਂ ਇਹ ਗੁਹਾਰ ਲਗਾ ਰਹੇ ਹਾਂ ਕਿ ਇਸ ਦਾ ਕੋਈ ਸੋਲੂਸ਼ਨ ਕਰੋ, ਕੋਈ ਦਵਾਈ ਛਿੜਕੋ ਜਾਂ ਦੀਵਾਰ ਨੂੰ ਫਟਾਫਟ ਜਲਦੀ ਤੋਂ ਜਲਦੀ ਬਣਾਓ। ਇसी ਸੰਬੰਧ ਦੇ ਵਿੱਚ ਹੁਣ ਹੀ ਪਰਸੋਂ ਅਸੀਂ ਐਡਵਾਈਜ਼ਰ ਕੋਲ ਗਏ ਹਾਂ, ਉਹਨਾਂ ਨੇ ਟਾਈਮ ਦਿੱਤਾ ਮਿਲਣ ਵਾਸਤੇ। ਕੁਝ ਹੋਰ ਵੀ ਲੋਕ ਇੱਥੇ ਦੀ ਗਏ ਸੀਗੇ। ਉੱਥੇ ਐਡਵਾਈਜ਼ਰ ਸਾਹਿਬ ਨੇ ਮੈਡਮ ਕਮਿਸ਼ਨਰ ਨੂੰ ਵੀ ਆਪਣੇ ਕੋਲ ਉੱਥੇ ਬੁਲਾਇਆ ਕਿ ਇਹ ਡੱਡੂ ਮਾਜਰੇ ਦੇ ਲੋਕ ਆਏ ਨੇ ਔਰ ਇਹ ਕਿਆ ਕਹਿ ਰਹੇ ਨੇ ਵੀ ਤੁਸੀਂ ਉੱਥੇ ਕੰਮ ਨਹੀਂ ਕੀਤਾ, ਦੀਵਾਰ नहीं बनाई। मैडम बोल रहे जी मैंने टेंडर कर दिया, बरसात रुकेगी तो हो जाएगा। हमने बोला बरसात रुके इतनी देर हो गई है और वहाँ पे लीचड़ फिर भी आ रहा है। उन्होंने हमारी बात को इग्नोर करते हुए बिल्कुल सरासर गलत बताते हुए ये बोला कि मैं वहाँ मॉनिटरिंग कर रही हूँ, मैंने लीचड़ के लिए वहाँ पे प्रबंध कर रखा है और यहाँ कोई बदबू नहीं आ रही है, पूरे मैंने वहाँ रोकथाम लगा दी है। लेकिन मैडम हमें अफसोस इस बात का है कि जो लोग पीड़ित हैं, अगर वो जाकर किसी को चीज़ बता रहे हैं और ऑफिसर हमारे को झुठला रहा है, सेम चीज़ इन्होंने कोर्ट में भी की है। कोर्ट में भी यही बोलते हैं जो हमें पढ़ने को मिला है कि हल्फनामे में वहाँ कोई बदबू नहीं है, कोई कचरा नहीं उड़ के आता, लीचड़ का पूरा प्रबंध है। लेकिन ग्राउंड पे देखो ना, जीरो ग्राउंड पे हम खड़े हैं, यहीं हम रहते हैं, हमारा 24 घंटे यहीं बीतता है। तो हम जो बता रहे हैं क्या वो गलत है? जो सरकारी मुलाजिम तथ्य अपने देते हैं वो सही है कि हम सही हैं? तो मैं अपने कैमरामैन ਨੂੰ ਇੱਕ ਵਾਰ ਦਿਖਾਉਣਾ ਚਾਹਾਂਗੀ ਕਿ ਲੀਚੜ ਨਿਕਾਲਣ ਵਾਸਤੇ ਜੇ ਹੈ ਕਿੰਨੀ ਗੱਡੀ ਲੱਗੀ ਹੋਈ ਹੈ। ਅਸੀਂ ਪਿਛਲੀ ਵਾਰ ਆਏ ਸੀ, ਪਹਿਲੇ ਇੱਕ ਗੱਡੀ ਲੱਗਦੀ ਹੈ, ਫਿਰ 2, ਫਿਰ 3, ਉਸ ਤੋਂ ਬਾਅਦ ਜਿੰਨੇ ਦੇਰ ਤੱਕ ਕੈਮਰਾ ਔਨ ਰਹਿੰਦਾ ਹੈ ਇਹ ਗੱਡੀਆਂ ਕੰਮ ਕਰਦੀਆਂ, ਲੇਕਿਨ ਜਿਵੇਂ ਹੀ ਕੈਮਰਾ ਆਫ ਹੁੰਦਾ ਸੀ ਇੱਥੇ ਨਿਕਲਦੇ ਨੇ ਇਹ ਗੱਡੀਆਂ ਵੀ ਇੱਥੋਂ ਨਿਕਲ ਜਾਂਦੀਆਂ ਤੇ ਲੀਚੜ ਹਟਾਉਣ ਵਾਸਤੇ ਜੇ ਹੈ ਇੱਥੇ ਸਿਰਫ ਇੱਕ ਹੀ ਜੇ ਹੈ ਗੱਡੀ ਲੱਗੀ ਹੋਈ ਹੈ। ਜਦ ਕਿ ਕਹਿ ਰਹੇ ਨੇ ਅਫਸਰ ਕਹਿ ਰਹੇ ਨੇ ਅਸੀਂ ਲਗਾਤਾਰ ਮੋਨੀਟਰਿੰਗ ਕਰ ਰਹੇ ਨੇ, ਕਮਿਸ਼ਨਰ ਆਪ ਕਹਿ ਰਹੀ ਹੈ। ਫਿਰ ਇਹ ਝੂਠੀ ਗੱਲਾਂ ਕਿਉਂ? ਹਾਈ ਕੋਰਟ ਦੇ ਵਿਚਕਾਰ ਵੀ ਝੂਠੀ ਗੱਲਾਂ ਤੇ ਲੋਕਾਂ ਦੇ ਵਿਚਕਾਰ ਵੀ ਝੂਠੀ ਗੱਲਾਂ ਤੇ ਪ੍ਰਸ਼ਾਸਨ ਦੇ ਸਾਹਮਣੇ ਵੀ ਝੂਠੀ ਗੱਲਾਂ। मैडम सर ਆਪਾਂ ਨੇ हमने उनके मतलब ਇਹ ਦੇਖੋ ਜਦੋਂ ਅਸੀਂ ਮਿਲੇ ਅਸੀਂ ਮੈਡਮ ਨੂੰ ਕਿਹਾ ਕਿ ਮੈਡਮ ਅਸੀਂ ਉੱਥੇ ਦੇ ਨੁਮਾਇੰਦੇ ਵਸਿੰਦੇ ਆ, ਉੱਥੇ ਰਹਿੰਦੇ 24 ਘੰਟੇ, ਸਾਡੇ ਜਿਹੜਾ ਹੈਗਾ ਹਾਲਾਤ ਇਦਾਂ ਦੇ ਵੀ ਨਾ ਤਾਂ ਅਸੀਂ ਇੱਥੇ ਰਹਿਣਾ ਖਾਣਾ ਸਾਡਾ ਇੰਨਾ ਦੁੱਬਰ ਹੋਇਆ ਤੇ ਹਰ ਚੀਜ਼ ਬਾਰੇ ਦਿਖਾਇਆ ਉਹਨਾਂ ਨੂੰ। ਇੱਥੇ ਤੱਕ ਕਿ ਮੈਂ ਐਡਵਾਈਜ਼ਰ ਸਾਹਿਬ ਨੂੰ ਉੱਥੇ ਦੀ ਫੋਟੋਗ੍ਰਾਫਸ ਵੀ ਸਾਫ਼ ਦਿਖਾਈਆਂ। ਉਹ ਕਹਿੰਦੇ ਮੈਡਮ ਬੋਲਦੇ ਕਿ ਇਹ ਨਾ ਜਿਹੜਾ ਲੀਚੜ ਹੈ ਪਾਣੀ ਨਾਲ ਮਿਕਸ ਹੋ ਕੇ ਆ ਰਿਹਾ ਹੈ ਵੀ ਇਹ ਗੰਦਾ ਪਾਣੀ ਹੈ। ਮੈਂ ਕਿਹਾ ਮੈਡਮ ਅਗਰ ਬੰਦਾ ਪਾਣੀ ਦਾ ਰੰਗ ਕਾਲਾ ਹੋ ਗਿਆ ਤਾਂ ਉਹ ਲੀਚੜ ਨਹੀਂ ਹੁੰਦਾ ਹੈ ਨਾ, ਤੇ ਇਸ ਤੋਂ ਬਾਅਦ ਲੀਚੜ ਤਾਂ ਸਾਰੇ ਦੀਵਾਰਾਂ 'ਚੋਂ ਨਿਕਲ ਕੇ ਆ ਰਹੇ ਹੈ। ਪਰ ਇਹ ਮੰਨਣ ਨੂੰ ਤਿਆਰ ਨਹੀਂ। ਹੁਣ ਜਾ ਕੇ ਪਤਾ ਲੱਗਿਆ ਇਹਨਾਂ ਦੇ ਜਿਹੜੇ ETP ਪਲਾਂਟ ਲਗਾਇਆ ਹੈ ਨਾ ਕੋਈ ਇਹਨਾਂ ਦਾ ਨਹੀਂ ਹੈ, ਜਿਹੜਾ ਉਹਨਾਂ ਨੇ ਲੈਗੇਸੀ ਵੇਸਟ ਪਿੱਛੇ ਜਿਹੜੀ ਕੰਪਨੀ ਹੈ ਜਿਹੜੀ ਉਹਨੂੰ ਪ੍ਰੋਸੈਸ ਕਰ ਰਹੀ ਹੈ ਉਹਨਾਂ ਦਾ ਲੱਗਿਆ ਹੋਇਆ। ਇਹ ਜਿਹੜੀ ਵਿੱਚੋਂ ਇਹਨਾਂ ਨੇ ਕੂੜਾ ਗਿਰਨਾ ਸ਼ੁਰੂ ਕੀਤਾ ਹੈ, ਇਹਦਾ ਕੋਈ ਵੀ ਲੀਚਰ ਟ੍ਰੀਟਮੈਂਟ ਵਾਸਤੇ ਇਹਨਾਂ ਨੇ ਕਿਤੇ ਕੁਝ ਨਹੀਂ ਬਣਾਇਆ, ਨਾ ਕੋਈ ਨਿਕਾਸੀ ਕੀਤੀ। ਆਪਣੇ ਮੂੰਹ ਤੋਂ ਉਹਨਾਂ ਨੇ ਦੱਸਿਆ। ਹੁਣ ਤੁਸੀਂ ਦੱਸੋ ਅਸੀਂ ਇਸ ਹਾਲਾਤ 'ਚ ਰਹਿ ਰਹੇ ਹਾਂ ਤੇ ਸਾਰਾ ਕੁਝ ਝੂਠ ਦੇ ਰਹੇ ਹਾਂ।
ਹੁਣ ਤਾਂ ਤੁਸੀਂ ਹਾਈ ਕੋਰਟ ਦਾ ਰੁਖ ਕੀਤਾ ਹੋਇਆ ਹੈ ਕਿਉਂਕਿ ਲਗਾਤਾਰ 2.5 ਸਾਲ ਤੋਂ ਉੱਤੇ ਹੋ ਗਿਆ ਪਟੀਸ਼ਨ ਤੇ ਸੁਣਵਾਈ ਚੱਲ ਰਹੀ ਹੈ। ਇਸ ਵਾਰ ਝਾੜ ਵੀ ਕਾਫੀ ਜ਼ਿਆਦਾ ਪਈ ਹੈ ਚੰਡੀਗੜ੍ਹ ਪ੍ਰਸ਼ਾਸਨ ਨੂੰ। ਕਿਵੇਂ ਵੇਖਦੇ ਹੋ ਤੁਸੀਂ, ਕਿਉਂਕਿ ਆਪਾਂ ਪਿੱਛੇ ਦੇਖ ਪਾ ਰਹੇ ਹਾਂ ਹਜੇ ਕੂੜਾ ਪ੍ਰੋਸੈਸ ਨਹੀਂ ਹੋ ਰਿਹਾ ਸਹੀ ਢੰਗ ਦੇ ਨਾਲ, ਕੰਪੋਜ਼ ਨਹੀਂ ਹੋ ਰਿਹਾ। ਐਡਵੋਕੇਟ ਸਾਹਿਬ ਵੀ ਇਹੀ ਕਹਿ ਰਹੇ ਸੀ ਅਮਿਤ ਜੀ, ਉਹ ਕਹਿੰਦੇ ਕਿ ਜਿੰਨਾ ਪੈਸਾ ਲਾਇਆ ਜਾ ਰਿਹਾ 100 ਕਰੋੜ ਤੋਂ ਵੱਧ ਜੇ ਹੈ ਪੈਸਾ ਆਲਰੇਡੀ 1 ਸਾਲ ਦੇ ਵਿਚਕਾਰ ਲੱਗ ਚੁੱਕਿਆ ਹੈ, ਤਾਂ ਹੁਣ ਜੇ ਆਪਾਂ ਲਾ ਰਹੇ ਨੇ ਇਹ ਕੰਪੋਜ਼ ਤਾਂ ਹੋ ਨਹੀਂ ਰਿਹਾ। ਜੋ ਲੇਅਰ ਦੇ ਨਾਲ ਕੂੜੇ ਨੂੰ ਕੰਪੋਜ਼ ਕਰਨਾ ਸੀ, ਜੋ ਮਿੱਟੀ ਬਣਨਾ ਸੀ, ਉਹ ਪ੍ਰੋਸੈਸਿੰਗ ਜੇ ਹੈਗੀ ਉਹ ਬਹੁਤ ਘੱਟ ਹੈਗੀ ਹੈ, ਉਹ 1% ਦੇ ਕਰੀਬ ਹੈਗੀ ਹੈ। ਮੈਡਮ ਘਰੋਂ ਦੀ ਹਰ ਘਰ ਤੋਂ ਇਹ ਪੈਸੇ ਵੀ ਲੈਂਦੇ ਆ ਔਰ ਸੁੱਕਾ ਗਿੱਲਾ ਅਲੱਗ-ਅਲੱਗ ਲੈ ਕੇ ਜਾਂਦੇ ਆ ਨਾ, ਲੇਕਿਨ ਉਹ ਕਹਿੰਦੇ ਕਿ ਉਹਨੂੰ ਅਸੀਂ ਪ੍ਰੋਸੈਸ ਕਰਕੇ ਜਿਹੜਾ ਸੈਗਰੀਗੇਟ ਕਰਕੇ ਵੀ ਸਾਰੇ ਉਹਦਾ ਪਾਰਟਸ ਕੱਢ ਕੇ ਤਦ ਅਸੀਂ ਡੰਪਿੰਗ ਗਰਾਊਂਡ 'ਚ ਲੈ ਕੇ ਆਉਂਦੇ ਆ। ਲੇਕਿਨ ਹੁਣ ਤੁਹਾਡੇ ਸਾਹਮਣੇ ਹੈ, ਅਸੀਂ ਕਹਿ ਕੇ ਥੱਕ ਗਏ ਵੀ ਕੋਈ ਪ੍ਰੋਸੈਸ ਨਹੀਂ ਹੋ ਰਿਹਾ, ਕੋਈ ਉਹਦਾ ਕੋਈ ਕੂੜੇ ਨੂੰ ਅਲੱਗ-ਅਲੱਗ ਨਹੀਂ ਕੀਤਾ ਜਾ ਰਿਹਾ। ਸਾਰਾ ਦਾ ਸਾਰਾ ਕਚਰਾ ਜਿਹੜਾ ਹੈ ਉਹ ਡਾਇਰੈਕਟ ਇੱਥੇ ਲਿਆ ਕੇ ਸਿੱਟਿਆ ਜਾ ਰਿਹਾ ਹੈਗਾ। ਟਰਾਲੀਆਂ ਦੇ ਥੱਲੇ ਕੁਝ ਹੁੰਦਾ ਹੈ, ਉੱਪਰ ਕੁਝ ਹੁੰਦਾ ਹੈ, ਲੇਕਿਨ ਜਦੋਂ ਸਾਡੇ ਸਾਹਮਣੇ ਨਜ਼ਰ ਆਉਂਦਾ ਅਸੀਂ ਦੇਖਦੇ ਹਾਂ ਵੀ ਜਾਨਵਰ ਉਹ ਕਿੰਨਾ ਗੰਦੇ ਜਿਹੜੇ ਪੋਲਟਰੀ ਵੇਸਟ ਹੁੰਦਾ ਉਹ ਚੱਕ ਕੇ ਲਿਆ ਕੇ ਸਾਡੇ ਘਰਾਂ 'ਚ ਆਸ-ਪਾਸ ਗਿਰਦਾ ਹੈ, ਤਾਂ ਸਾਨੂੰ ਸਮਝ ਆ ਜਾਂਦੀ ਹੈ ਵੀ ਇੱਥੇ ਜਿਹੜਾ ਗਿਰ ਰਿਹਾ ਸਾਰਾ ਸੈਗਰੀਗੇਟ ਕੀਤਾ ਗਿਆ ਕਚਰਾ ਗਿਰ ਰਿਹਾ। ਇੱਥੇ ਬਹੁਤ ਸਾਰੇ ਲੋਕ ਵੀ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕੂੜੇ ਦੇ ਪਹਾੜ ਜੇ ਆਪਾਂ ਗੱਲ ਕਰਦੇ ਨੇ ਕਾਫੀ ਚਿਰ ਤੋਂ ਹੈਗਾ, ਹੁਣ ਦੀਵਾਰ ਟੁੱਟ ਗਈ, 10-11 ਦਿਨ ਹੋ ਗਏ ਦੀਵਾਰ ਬਣੀ नहीं हैगी है, कूड़ा ज़रूरत तो ज़्यादा आ गया, की कहना चाहोगे? कूड़ा तो मैडम हम बचपन से यहाँ देखते आए हैं। गवर्नमेंट का ये शुरू से दावा है कि हम ये ख़त्म कर रहे हैं। इंसान तो छोड़ो, यहाँ पे अगर आप कैमरा घुमाओ, ये हरियाली देख रहे हो, पेड़ जो लगाए थे वो जब पेड़ मर चुके हैं तो इंसान तो दूर की बात है। अच्छा, ये पेड़ भी आई थिंक मेरे उस वेले कालिया साहब सीगे जब पेड़ लाए गए सी, है ना? हाँ जी। उनकी रहनुमाई में ये अपना ये क्यारी है जो ये अपना पार्क है बना था है, लेकिन आज इसकी आप हालत देख सकते हो। जब ये गवर्नमेंट हमारा ये डिस्पेंसरी में मेडिकल कैंप लगा रहे हैं, उस मेडिकल कैंप लगाने का फ़ायदा क्या है जब तक ये मेडिकल नहीं सही होगा हमारा ये। लेकिन सद्या सब मैं इत्थे जानने की कोशिश करांगी क्योंकि नवंबर ਦੇ ਵਿਚਕਾਰ ਸੁਣਵਾਈ ਹੈਗੀ ਹੈ। आप एक प्रोजेक्ट ऑलरेडी लगन की तैयारी की जा रही है, बहुत सारी पार्टियां ਤੁਹਾਨੂੰ समर्थन भी दे रही होगी, लेकिन ये ਤੁਹਾਡੇ ਡੱਡੂ ਮਾਜਰਾ ਦੇ ਲੋਕਾਂ ਦੀ ਆਪ ਦੀ ਲੜਾਈ ਹੈ। ਤੁਸੀਂ ਹਾਈ ਕੋਰਟ ਦਾ ਰੁਖ ਇਸ ਵਾਸਤੇ ਕੀਤਾ ਕਿਉਂਕਿ ਸੁਣਵਾਈ ਇਤਨੇ ਸਾਲਾਂ ਤੋਂ ਹੋ ਨਹੀਂ ਰਹੀ ਸੀ। ਹੁਣ ਸੁਣਵਾਈ ਦੇ ਵੇਲੇ ਦੇ ਵਿਚਕਾਰ ਲੱਗਦਾ ਕੁਝ ਸਮਾਂ ਹੀ ਰਹਿ ਗਿਆ। ਸ਼ਾਇਦ ਜੇ ਅਧਿਕਾਰੀ ਜੋ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ ਉਹਨਾਂ ਦੇ ਉੱਤੇ ਗਾਜ ਗਿਰ ਸਕਦੀ ਹੈ। ਬਿਲਕੁਲ ਠੀਕ ਹੈ, ਸਾਨੂੰ ਤਾਂ ਸਾਡੇ ਤਾਂ ਹੱਥ ਬਿਲਕੁਲ ਹੀ, ਅਸੀਂ ਤਾਂ ਇਹ ਸੋਚ ਰਹੇ ਸੀ ਵੀ ਸਾਡਾ ਕੋਈ ਸਾਥ ਨਹੀਂ ਦੇਗਾ। ਪੋਲੀਟੀਕਲ ਪਾਰਟੀਆਂ ਸਿਰਫ ਹਰ 5 ਸਾਲ ਬਾਅਦ ਆਉਂਦੀਆਂ, ਵਾਅਦਾ ਕਰ ਜਾਂਦੀਆਂ, ਫਿਰ ਉਸ ਤੋਂ ਬਾਅਦ ਠੰਡੇ ਬਸਤੇ 'ਚ ਪਾ ਦਿੰਦੀਆਂ ਸਾਰੀ ਚੀਜ਼। ਇਹ ਦੇਖ ਕੇ ਤਾਂ ਅਸੀਂ ਤਾਂ ਥੱਕ ਵੀ ਗਏ ਸੀਗੇ। ਇੱਥੇ ਤੱਕ ਕਿ ਜਿਹੜੇ ਪਿੱਛੇ 2019 'ਚ ਚੁਣਾਵ ਹੋਏ ਇੱਥੇ ਦੇ ਲੋਕਾਂ ਨੇ ਨਨ ਆਫ ਦੇ ਅਬਬ ਨੂੰ ਵੋਟ ਦੇ ਕੇ 1500 ਵੋਟ ਸਿਰਫ ਕਲੋਨੀ ਤੋਂ ਪਈਆਂ ਸੀਗੀਆਂ ਉਹਨਾਂ ਨੂੰ। ਇਹ ਦਿਖਾਉਣ ਲਈ ਵੀ ਇੱਥੇ ਲੋਕ ਦੁਖੀ ਹੈ ਤੁਹਾਡੇ ਤੋਂ। ਉਹ ਦੇਖੋ ਉਸ ਤੋਂ ਬਾਅਦ ਇੱਥੇ ਮੈਡੀਕਲ ਸਰਵੇ ਵੀ ਕੀਤਾ ਲੋਕਾਂ ਨੇ ਆਪਣੇ ਵਿਹਾਰ। ਅਮਿਤ ਸ਼ਰਮਾ ਜੀ ਦੇ ਕਹਿਣ ਦੇ ਮੁਤਾਬਿਕ ਲੋਕਾਂ ਨੇ ਇੱਥੇ ਸਾਰਿਆਂ ਨੂੰ ਉਹ ਆਪਣੇ ਬਿਮਾਰੀਆਂ ਬਾਰੇ ਵੀ ਦੱਸਿਆ। ਤੇ ਹੁਣ ਸਾਨੂੰ ਮਾਨਯੋਗ ਅਦਾਲਤਾਂ ਤੋਂ ਇਹ ਉਮੀਦ ਹੈ ਕਿ ਸਾਡੀ ਜਿਹੜੀ ਹੱਕ ਦੀ ਲੜਾਈ ਹੈ ਉਹਦੇ ਵਿੱਚ ਕੋਈ ਜਿਹੜਾ ਫੈਸਲਾ ਆਏਗਾ ਉਹ ਬਿਲਕੁਲ ਲੋਕਾਂ ਦੇ ਵਿਸ਼ਵਾਸ ਦੇ ਪ੍ਰਤੀ ਔਰ ਇੱਥੇ ਦੀ ਜਿਹੜੀ ਸਮੱਸਿਆ ਨੂੰ ਦੇਖਦੇ ਹੋਏ ਸੱਚਾਈ ਸਾਹਮਣੇ ਲੈ ਕੇ ਆਏਗਾ। ਸਾਨੂੰ ਜਿਹੜੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਹੈ ਇਹਨਾਂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈਗਾ। ਪਹਿਲਾਂ ਤਾਂ ਸਾਨੂੰ ਪੋਲੀਟੀਕਲ ਲੀਡਰਾਂ ਤੇ ਹੀ ਨਹੀਂ ਸੀਗਾ, ਹੁਣ ਅਧਿਕਾਰੀਆਂ ਤੇ ਵੀ ਨਹੀਂ ਹੈਗਾ ਕਿਉਂਕਿ ਜਿਹੜੇ ਤੱਤੇ ਪੇਚ ਕਰਦੇ ਆ ਇਹਨਾਂ ਦੀ ਜਿਹੜੀ ਇਹ ਲੈਂਗੁਏਜ ਯੂਜ਼ ਕਰਦੇ ਆ, ਪਬਲਿਕ 'ਚ ਕੁਝ ਬੋਲਦੇ ਆ ਤਾਂ ਉਹ ਅਦਾਲਤਾਂ 'ਚ ਕੁਝ ਬੋਲਦੇ ਆ, ਉਹਨਾਂ ਤੇ ਸਾਡਾ ਵਿਸ਼ਵਾਸ ਉੱਠ ਗਿਆ। ਤੇ ਸਾਨੂੰ ਮਾਨਯੋਗ ਅਦਾਲਤਾਂ ਤੇ ਹੁਣ ਪੂਰਾ ਭਰੋਸਾ ਹੈ ਵੀ ਸਾਨੂੰ ਇਨਸਾਫ ਮਿਲੇਗਾ। ਤੇ ਜਲਦ ਹੀ ਨਵੰਬਰ ਦੇ ਵਿਚਕਾਰ ਸੁਣਵਾਈ ਹੋਏਗੀ। ਡੱਡੂ ਮਾਜਰਾ ਦੇ ਲੋਕ ਪਹੁੰਚੇ ਨੇ ਹਾਈ ਕੋਰਟ। ਕਿਉਂ ਪਹੁੰਚੇ? ਇੰਨੇ ਸਾਲਾਂ ਤੋਂ ਇੱਕ ਲੰਬੀ ਲੜਾਈ ਲੱਗ ਰਹੀ ਸੀ ਤੇ ਹਰ ਵਾਰ ਇੱਕ ਨਵੇਂ ਸਿਆਸੀ ਚਿਹਰੇ ਨੂੰ ਸਮਰਥਨ ਦੇ ਰਹੇ ਸੀ ਤਾਂ ਜੋ ਸ਼ਾਇਦ ਇਸ ਕੂੜੇ ਦੇ ਪਹਾੜ ਤੋਂ ਜੋ ਹੈ ਇਹਨਾਂ ਨੂੰ ਜੋ ਹੈ ਰਾਹਤ ਮਿਲ ਜਾਏ। ਲੇਕਿਨ ਇਹ ਕੂੜੇ ਦਾ ਪਹਾੜ ਵੱਧ ਚੁੱਕਿਆ ਹੈ। ਹੁਣ ਲਗਾਤਾਰ ਬਰਸਾਤਾਂ ਚੱਲ ਰਹੀਆਂ ਤੇ ਲੀਚੜ ਲਗਾਤਾਰ ਬਹਿ ਰਿਹਾ। ਲੇਕਿਨ ਸਭ ਤੋਂ ਵੱਡੀ ਗੱਲ ਹੈ ਜਿਨ੍ਹਾਂ ਨੇ ਇਸ ਸਥਿਤੀ ਨੂੰ ਕਾਫੀ ਚਿਰ ਤੋਂ ਸਿਹਾ ਹੈ, ਜਿਨ੍ਹਾਂ ਨੂੰ ਕਈ ਲੰਬੀ ਬਿਮਾਰੀਆਂ ਹੋ ਗਈਆਂ, ਜਿਨ੍ਹਾਂ ਦੇ ਘਰ ਦੇ ਵਿਚਕਾਰ ਬਹੁਤ ਸਾਰੀ ਪੇਸ਼ੈਂਟਸ ਜਿਹਨੇ ਵੱਖ-ਵੱਖ ਤਰ੍ਹਾਂ ਦੇ ਸਾਹਮਣੇ ਆਏ ਨੇ ਔਰ ਇਹ ਨਰਕ ਭਰਾ ਜੀਵਨ ਜੀਣ ਨੂੰ ਦੁਖੀ ਨੇ, ਮਜਬੂਰ ਨੇ। ਸਭ ਤੋਂ ਵੱਡੀ ਗੱਲ ਹੈ ਇਹਨਾਂ ਦੀ ਸੁਣਵਾਈ ਦੇ ਉੱਤੇ ਹਾਈ ਕੋਰਟ ਹੁਣ ਕੀ ਰੁਖ ਲੈਂਦਾ ਹੈ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਐਟ ਦ ਐਂਡ ਆਫ ਦ ਡੇ ਹੁਣ ਇਹਨਾਂ ਦੀ ਜੇ ਹੈ ਸੁਣਵਾਈ ਜੇ ਹੈ ਕਹਿੰਦੇ ਹੈ ਹਾਈ ਕੋਰਟ ਦੇ ਵਿਚਕਾਰ ਸ਼ਾਇਦ ਸਹੀ ਆਏਗੀ ਕਿਉਂਕਿ ਜਿੰਨੀ ਵਾਰ ਕਿਹਾ ਜਾਂਦਾ ਕੂੜਾ ਪ੍ਰੋਸੈਸ ਹੋ ਰਿਹਾ ਲੇਕਿਨ ਕੂੜਾ ਉਸ ਢੰਗ ਨਾਲ ਪ੍ਰੋਸੈਸ ਨਹੀਂ ਹੋ ਰਿਹਾ ਜਿੰਨਾ ਕਾਗਜ਼ਾਂ ਦੇ ਵਿਚਕਾਰ ਦਿਖਾਇਆ ਜਾ ਰਿਹਾ ਤੇ ਆਖਿਰ ਜੇ ਸੱਚ ਝੂਠ ਦੀ ਲੜਾਈ ਦੇ ਵਿਚਕਾਰ ਹਾਈ ਕੋਰਟ ਕੀ ਰੁਖ ਲੈਂਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ ਟੀਵੀ।